ਸਤਿ ਸ੍ਰੀ ਅਕਾਲ। ਪਿਛਲੀ ਕੜੀ ਵਿੱਚ ਕੁਝ ਗੱਲਾਂ ਮਾਨਸਿਕ ਸਵਾਸਥ ਦੇ ਉੱਤੇ ਚੱਲੀਆਂ। ਹੁਣ ਮਾਨਸਿਕ ਸਵਾਸਥ ਦੀ ਕਿਰਿਆ ਕੀ ਹੈ ਕਿ ਸਾਡੀ ਬੋਡੀ ਦੇ ਵਿੱਚ ਤਕਰੀਬਨ 40 ਤੋਂ 50 ਟ੍ਰਿਲੀਅਨ ਬੋਡੀ ਸੈੱਲ ਹਨ। ਉਹਨਾਂ ਦਾ ਇੱਕ ਦੂਸਰੇ ਨਾਲ ਕਨੈਕਸ਼ਨ ਹੈ। ਆਪਣੀ ਬੋਡੀ ਸੈੱਲਾਂ ਤੋਂ ਬਣੀ ਹੋਈ ਹੈ। ਉਹਦੇ ਨਾਲ ਫਿਰ ਅਲੱਗ-ਅਲੱਗ ਆਰਗਨ ਬਣੇ ਹੋਏ ਹਨ। ਲੀਵਰ ਬਣਿਆ ਹੈ, ਹਾਰਟ ਬਣਿਆ, ਲੰਗਸ ਬਣੇ, ਅਤੇ ਇਸ ਤਰ੍ਹਾਂ ਹੀ ਸਾਡਾ ਜਿਹੜਾ ਬ੍ਰੇਨ ਹੈ ਉਹ ਵੀ ਸੈੱਲ ਤੋਂ ਬਣਿਆ ਹੋਇਆ ਹੈ। ਉਹਨਾਂ ਨੂੰ ਅਸੀਂ ਨਿਊਰੋਨਸ ਕਹਿੰਦੇ ਹਾਂ। ਜਿਹੜੇ ਨਿਊਰੋਨਸ ਹੈ ਉਹ ਲਗਭਗ 100 ਬਿਲੀਅਨਸ ਹੈ। ਫਿਰ ਉਹਨਾਂ ਦੇ ਥਾਊਜ਼ੈਂਡਸ ਹਰ ਇੱਕ ਨਿਊਰੋਨ ਦੇ ਕਨੈਕਸ਼ਨਸ ਹੈ। ਔਰ ਉਹ ਨਿਊਰੋਨਸ ਦੇ ਵਿੱਚ ਸਾਡੀ ਮੈਮੋਰੀ ਪਾਵਰ ਰਹਿੰਦੀ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਚੇਤਨ ਮਨ, ਅੰਤਰ ਚੇਤਨ ਮਨ, ਇਸ ਤਰ੍ਹਾਂ ਹੀ ਸਾਡੀ ਮੈਮੋਰੀ ਹੈ। ਸ਼ਾਰਟ ਟਰਮ ਮੈਮੋਰੀ, ਲੌਂਗ ਟਰਮ ਮੈਮੋਰੀ ਔਰ ਡੋਰਮੈਂਟ ਮੈਮੋਰੀ, ਜਿਹਨੂੰ ਅਸੀਂ ਇਹ ਕਹਿੰਦੇ ਹਾਂ ਕਿ ਯਾਦਦਾਸ਼ਤ ਜਿਹੜੀ ਹੈ ਕੁਝ ਦੇਰ ਤੱਕ ਰਹਿੰਦੀ ਹੈ। ਔਰ ਲੌਂਗ ਟਰਮ ਮੈਮੋਰੀ ਹੈ ਉਹ ਸਾਡੀ ਵਰਸ਼ਾਂ ਦੀ ਸਾਨੂੰ ਯਾਦ ਹੈ। ਡੋਰਮੈਂਟ ਮੈਮੋਰੀ ਉਹ ਹੈ ਜੋ ਕਿ ਜਿਹਨੂੰ ਅਸੀਂ ਅਨਕੌਨਸ਼ੀਅਸ ਮੈਮੋਰੀ ਕਹਿੰਦੇ ਹਾਂ, ਜਿਹੜੀ ਸਾਡੀ ਯਾਦਦਾਸ਼ਤ ਵਿੱਚ ਬਿਲਕੁਲ ਹੀ ਨਹੀਂ ਹੈ, ਪਰ ਉਹ ਸਾਨੂੰ ਕਦੇ ਸੁਪਨੇ ਦੇ ਵਿੱਚ ਰਾਤ ਨੂੰ ਸੋਏ ਹੋਏ ਉਹ ਮੈਮੋਰੀ ਸਾਡੇ ਮਨ ਦੇ ਉੱਪਰ, ਚੇਤਨ ਮਨ 'ਤੇ ਆਉਂਦੀ ਹੈ। ਪਰ ਗੱਲ ਇਹ ਹੈ ਕਿ ਆਪਾਂ ਆਪਣੀ ਮੈਮੋਰੀ ਨੂੰ ਵੀ ਪਰਿਵਰਤਨ ਕਰਨਾ ਹੈ, ਆਪਣੇ ਮਨ ਨੂੰ ਪਰਿਵਰਤਨ ਕਰਨਾ ਹੈ। ਕਿਉਂਕਿ ਜੇ ਅਸੀਂ ਚੇਤਨ ਮਨ ਜਿਹੜਾ ਕਿ ਦੁਨੀਆ ਤੋਂ ਪ੍ਰਭਾਵਿਤ ਹੋ ਰਿਹਾ ਹੈ ਔਰ ਆਪਣੇ ਅੰਦਰ ਦੀ ਆਦਤਾਂ ਤੋਂ ਵੀ ਪ੍ਰਭਾਵਿਤ ਹੋ ਰਿਹਾ ਹੈ, ਉਸ ਮਨ ਨੂੰ ਅਸੀਂ ਅੱਛੇ ਵਿਚਾਰ ਦੇਈਏ। ਬੀ ਕੇਅਰਫੁਲ, ਇਸ ਦੇ ਬਾਰੇ ਸਾਨੂੰ ਸਾਵਧਾਨ ਹੋਣਾ ਚਾਹੀਦਾ ਹੈ ਕਿ ਕਦੇ ਵੀ ਗੁੱਸੇ ਵਾਲੇ ਵਿਚਾਰ ਜਾਂ ਇਸ ਤਰ੍ਹਾਂ ਦੇ ਵਿਚਾਰ ਜਿਹੜੇ ਸਾਡੇ ਸਬਕੌਨਸ਼ੀਅਸ ਵਿੱਚ ਚਲੇ ਜਾਣ, ਉਹ ਸਾਨੂੰ ਰਾਤ ਨੂੰ ਸੁਪਨੇ ਵਿੱਚ ਵੀ ਆਉਣ ਅਤੇ ਦਿਨ ਦੇ ਵਿੱਚ ਵੀ ਸਾਨੂੰ ਉਸ ਦਾ ਪ੍ਰੋਬਲਮ ਬਣਦੀ ਰਹੇ। ਕਿ ਜੇ ਕੋਈ ਆਪਾਂ ਸਾਧਨਾ ਕਰਦੇ ਹਾਂ, ਜਿਸ ਤਰ੍ਹਾਂ ਆਪਾਂ ਪਹਿਲਾਂ ਜਪਜੀ ਸਾਹਿਬ ਪੜ੍ਹਦੇ ਸੀ, ਗੁਰਬਾਣੀ ਦਾ ਪਾਠ ਕਰਦੇ ਸੀ, ਤਾਂ ਉਸ ਦੇ ਅੰਦਰ ਉਹ ਗੱਲਾਂ ਸਾਡੇ ਮਨ ਦੇ ਅੰਦਰ ਆਉਂਦੀਆਂ ਸੀ ਔਰ ਉਹੀ ਗੱਲਾਂ ਸਾਡੇ ਜਿਹੜੀ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਚਲੀਆਂ ਜਾਂਦੀਆਂ ਸੀਗੀਆਂ। ਉਹ ਸਾਡੀ ਮੈਮੋਰੀ ਬਣ ਜਾਂਦੀ ਸੀ। ਉਹ ਜਿਹੜੀ ਮੈਮੋਰੀ ਸੀਗੀ, ਸਾਡਾ ਜਿਹੜਾ ਬ੍ਰੇਨ ਹੈ, ਉਹ ਬ੍ਰੇਨ ਜਿਹੜਾ ਸਾਡਾ ਹੈ ਇੱਕ ਕੰਪਿਊਟਰ ਦੀ ਤਰ੍ਹਾਂ ਹੈ। ਔਰ ਸਾਡੇ ਬ੍ਰੇਨ ਦੇ ਸਾਹਮਣੇ ਅਗਰ 100 ਕੰਪਿਊਟਰਸ ਵੀ ਰੱਖ ਦਿੱਤੇ ਜਾਣ ਤਾਂ ਵੀ ਸਾਡੀ ਮੈਮੋਰੀ ਉਸ ਤੋਂ ਕਿਤੇ ਵੱਧ ਹੈ। ਤਾਂ ਇਹ ਚੀਜ਼ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜਾ ਬ੍ਰੇਨ ਹੈ ਉਸ ਨੂੰ ਅਸੀਂ ਉਹੀ ਫੀਡ ਕਰੀਏ, ਉਹੀ ਗੱਲਾਂ ਦੇਈਏ ਕਿ ਜਿਹੜੀ ਕਿ ਉਸ ਦੇ ਅੰਦਰ ਸਾਡੇ ਅੱਛੇ ਸੰਸਕਾਰ ਜਾਂ ਐਟੀਚਿਊਡ ਬਣ ਜਾਣ। ਕਿਉਂਕਿ ਹਰ ਵਿਚਾਰ ਦੇ ਨਾਲ ਸਾਡੀ ਵਾਈਬ੍ਰੇਸ਼ਨ ਜੁੜੀ ਹੋਈ ਹੈ, ਇਮੋਸ਼ਨ ਜੁੜੇ ਹੋਏ ਹਨ। ਔਰ ਇਮੋਸ਼ਨ ਜਦੋਂ ਕਾਫੀ ਮਾਤਰਾ ਵਿੱਚ ਇਕੱਠੇ ਹੁੰਦੇ ਹਨ ਤਾਂ ਉਹਨਾਂ ਦਾ ਐਟੀਚਿਊਡ ਬਣ ਜਾਂਦਾ ਹੈ। ਉਹਨੂੰ ਅਸੀਂ ਪੰਜਾਬੀ ਵਿੱਚ ਵਿਰਤੀ ਕਹਿ ਦਿੰਦੇ ਹਾਂ ਕਿ ਇਹ ਬੰਦੇ ਦੀ ਵਿਰਤੀ ਠੀਕ ਨਹੀਂ ਹੈ। ਅਤੇ ਵਿਰਤੀ ਨੂੰ ਬੜਾ ਪਾਵਰਫੁਲ ਬਣਾਉਣਾ ਹੈ। ਵਿਰਤੀ ਇਸ ਤਰ੍ਹਾਂ ਹੈ, ਜਿਹਨੂੰ ਤੁਸੀਂ ਇਹ ਲੈ ਲਓ ਕਿ ਪਾਣੀ ਦੀ ਬਹੁਤ ਵੱਡੀ ਟੈਂਕ ਹੈ, ਉਹਦੇ ਨਾਲ ਨਲਕਾ ਜੁੜਿਆ ਹੋਇਆ ਹੈ ਔਰ ਉਹ ਨਲਕਾ ਤੁਹਾਨੂੰ ਪਾਣੀ ਦੇ ਰਿਹਾ ਹੈ। ਔਰ ਅਸੀਂ ਕੌਨਸ਼ੀਅਸ ਮਾਈਂਡ ਨੂੰ ਇੱਕ ਨਲਕੇ ਦਾ ਰੂਪ ਦਿੰਦੇ ਹਾਂ ਅਤੇ ਆਪਣੀ ਵਿਰਤੀ ਨੂੰ ਇੱਕ ਬਹੁਤ ਵੱਡੇ ਟੈਂਕ ਦਾ ਰੂਪ ਦਿੰਦੇ ਹਾਂ। ਜੇ ਅਸੀਂ ਆਪਣੀ ਵਿਰਤੀ ਨੂੰ ਸਾਤਵਿਕ ਬਣਾ ਲਿਆ, ਅਸੀਂ ਆਪਣੀ ਉਹਨਾਂ ਮਰਿਆਦਾ ਨੂੰ ਕਾਇਮ ਰੱਖ ਕਰਕੇ ਸਵੇਰੇ ਔਰ ਸ਼ਾਮ ਨੂੰ, ਸਵੇਰੇ ਅੰਮ੍ਰਿਤ ਵੇਲਾ ਹੁੰਦਾ, ਸ਼ਾਮ ਨੂੰ ਰੌ ਰਾਸ ਹੁੰਦੀ ਹੈ, ਆਪਾਂ ਇਹ ਜਾਣਦੇ ਹੀ ਹਾਂ। ਪਰ ਹੁਣ ਇਸ ਟਾਈਮ ਤਾਂ ਨਾ ਤਾਂ ਲੋਕਾਂ ਨੂੰ ਸਵੇਰਾ ਹੈ ਅਤੇ ਨਾ ਸ਼ਾਮ ਹੈ। ਸਵੇਰੇ ਦੇ ਟਾਈਮ ਕੋਈ ਅੰਮ੍ਰਿਤ ਵੇਲੇ ਉੱਠਦਾ ਵੀ ਲੇਟ ਹੈ ਔਰ ਉਸ ਤੋਂ ਮਗਰੋਂ ਉਹ ਪਹਿਲਾਂ ਤਾਂ ਬਜਾਏ ਕੁਛ ਪਾਠ ਕਰਨ ਦੇ, ਸਿਮਰਨ ਕਰਨ ਦੇ, ਪਹਿਲਾਂ ਉਹ ਪੇਪਰ ਨੂੰ ਦੇਖਦਾ ਹੈ
ਜਾਂ ਉਹ ਆਪਣੇ ਕਾਰੋਬਾਰ 'ਚ ਲੱਗ ਜਾਂਦਾ ਹੈ। ਆ ਫਿਰ ਸ਼ਾਮ ਨੂੰ ਤਾਂ ਤੁਸੀਂ ਦੇਖਦੇ ਹੋ ਕਿ ਲੇਟ ਆਵਰਸ, ਰਾਤ ਤੱਕ ਵੀ ਲੋਕ ਆਪਣੇ ਕੰਮਾਂ ਵਿੱਚ ਰੁੱਝੇ ਨੇ। ਕੰਮ ਉਹਨੇ ਜ਼ਿਆਦਾ ਨਹੀਂ ਹੈ, ਕੰਮ ਪਹਿਲਾਂ ਮੈਨੂਅਲ ਜ਼ਿਆਦਾ ਸੀ, ਸਰੀਰਕ ਸ਼ਕਤੀ ਜ਼ਿਆਦਾ ਲਾਉਣੀ ਪੈਂਦੀ ਸੀ। ਸਾਇੰਸ ਟੈਕਨੋਲੋਜੀ ਨੇ ਸਾਨੂੰ ਸੁਵਿਧਾ ਬਹੁਤ ਦਿੱਤੀਆਂ, ਕਿੰਨੀ ਮਸ਼ੀਨਰੀ ਹੈ, ਉਹ ਸਭ ਚੱਲ ਰਹੀ ਹੈ, ਪਰ ਜੇ ਦੇਖੀਏ ਉਹਨੂੰ ਚਲਾਉਣ ਵਾਲਾ ਕੌਣ ਹੈ? ਅੱਜ ਕੰਪਿਊਟਰ ਦੇ ਕੋਲੇ ਕੋਈ ਉਹਨੂੰ ਆਪਰੇਟ ਕਰਨ ਵਾਲਾ ਆਪਰੇਟਰ ਹੀ ਨਹੀਂ ਹੈ। ਆਪਰੇਟਰ ਨੂੰ ਉਹਦਾ ਨੌਲੇਜ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਆਪਰੇਟਰ ਨੂੰ ਉਹਦਾ ਨੌਲੇਜ ਹੋਣਾ ਚਾਹੀਦਾ ਹੈ, ਤਾਂ ਸਾਨੂੰ ਸਾਡੇ ਸਰੀਰ ਦਾ ਵੀ ਨੌਲੇਜ ਹੋਣਾ ਜ਼ਰੂਰੀ ਹੈ। ਉਹ ਕਿਉਂ ਜ਼ਰੂਰੀ ਹੈ? ਹੁਣ ਮੰਨ ਲਓ ਇੱਕ ਗੱਲ ਹੈ ਕਿ ਆਪਾਂ ਖੁਰਾਕ ਲੈਂਦੇ ਹਾਂ। ਅਸੀਂ ਇੱਕ ਵਾਰੀ ਕੈਂਪ ਦਿੱਤਾ, ਡਾਇਬਟੀਜ਼ ਕੈਂਪ, ਉਹ ਅਸੀਂ ਦਿੱਤਾ ਚੰਡੀਗੜ੍ਹ। ਉਹਦੇ ਵਿੱਚ ਸੀਗਾ ਕਿ 3 ਦਿਨਾਂ ਦੇ ਅੰਦਰ ਤੁਹਾਡੀ ਸ਼ੂਗਰ ਘਟ ਜਾਏਗੀ ਜਾਂ ਨਾਰਮਲ ਆ ਜਾਏਗੀ। ਉਹਦੇ ਵਿੱਚ ਟੈਸਟ ਵੀ ਰੱਖੇ, ਉਹਨਾਂ ਨੂੰ ਡਾਈਟ ਵੀ ਦਿੱਤੀ। ਜੋ ਉਹਨਾਂ ਨੂੰ ਡਾਈਟ ਦਿੱਤੀ, ਉਹਨਾਂ ਤੋਂ ਐਕਸਰਸਾਈਜ਼ ਕਰਵਾਈ, ਉਹਨਾਂ ਤੋਂ ਇੱਕ ਕਿਸਮ ਦਾ ਉਹਨਾਂ ਦੀ ਦਵਾਈ ਵੈਸੇ ਚੱਲਦੀ ਰਹੀ। ਉਹਨਾਂ ਦੀ ਸ਼ੂਗਰ ਦੇ ਵਿੱਚ ਕਾਫੀ ਫਰਕ ਆਇਆ, ਪਰ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਪਰਹੇਜ਼ ਇਸ ਤਰ੍ਹਾਂ ਹੀ ਰੱਖਣਾ ਹੈ। ਤਾਂ ਇੱਕ ਦਿਨ ਕੀ ਹੋਇਆ ਕਿ ਇੱਕ ਮੈਨੇਜਰ ਸਾਹਿਬ ਆ ਗਏ, ਪਰਿਵਾਰ ਨੂੰ ਵੀ ਨਾਲ ਲੈ ਆਏ। ਮੈਂ ਕਿਹਾ ਬਈ ਕੀ ਕਹਾਣੀ ਹੈ? ਤੇ ਕਹਿਣ ਲੱਗੇ ਕਿ ਘਰ ਵਾਲੇ ਜਿਹੜੇ ਆ ਉਹ ਚੰਗੀਆਂ ਚੰਗੀਆਂ ਮਿਠਾਈਆਂ ਮੰਗਵਾ ਲੈਂਦੇ ਆ, ਰਸਗੁੱਲਾ ਮੰਗਵਾ ਲੈਂਦੇ ਆ, ਬਰਫੀ ਮੰਗਵਾ ਲੈਂਦੇ ਆ। ਇਹਨਾਂ ਨੂੰ ਕਹੋ ਕਿ ਮੇਰੇ ਘਰ ਦੇ ਵਿੱਚ ਕੋਈ ਚੀਜ਼ ਨਾ ਆਵੇ ਤਾਂ ਮੈਂ ਰਹਿ ਸਕਦਾ, ਨਹੀਂ ਤਾਂ ਮੇਰਾ ਵੀ ਦਿਲ ਕਰਦਾ ਮੈਂ ਖਾਂ। ਅੱਜ ਕੱਲ੍ਹ ਸ਼ੂਗਰ ਵਾਲੇ ਕੇਸਾਂ ਨੂੰ ਵੀ ਦੇਖਿਆ, ਉਹ ਪਰਵਾਹ ਨਾ ਕਰਦੇ ਹੋਏ ਬੜੀਆਂ ਮਿੱਠੀਆਂ ਮਿੱਠੀਆਂ ਚੀਜ਼ਾਂ ਵੀ ਖਾ ਜਾਂਦੇ ਹੈਗੇ, ਅੱਛੀ ਤਰ੍ਹਾਂ ਖਾ ਜਾਂਦੇ ਆ। ਤਾਂ ਕਹਿਣ ਦਾ ਭਾਵ ਹੈ ਕਿ ਇੱਕ ਤਾਂ ਅਸੀਂ ਪਰਹੇਜ਼, ਔਰ ਦੂਸਰਾ ਅਸੀਂ ਉਹਦੇ ਉੱਤੇ ਅਟੈਂਸ਼ਨ ਦੇਈਏ। ਔਰ ਦੂਸਰੇ ਸ਼ਬਦਾਂ ਦੇ ਵਿੱਚ ਇਹ ਹੈ ਕਿ ਜਿਉਂ-ਜਿਉਂ ਤਣਾਅ ਵਧੇਗਾ, ਤਿਉਂ-ਤਿਉਂ ਸ਼ੂਗਰ ਵਧੇਗੀ, ਜਿਹਨੂੰ ਸਟ੍ਰੈਸ ਡਾਇਬਟੀਜ਼ ਕਹਿੰਦੇ ਆ। ਸਟ੍ਰੈਸ ਡਾਇਬਟੀਜ਼ ਹੁੰਦੀ ਹੈ ਤਣਾਅ ਤੋਂ, ਜੀਵਨ ਦੇ ਵਿੱਚ ਨਿਰੰਤਰ ਤਣਾਅ ਬਣਾ ਰਹਿੰਦਾ ਹੈ, ਜਿਹਨੂੰ ਅਸੀਂ ਹੌਲੀ ਹੌਲੀ ਇਹ ਕਹਿੰਦੇ ਹਾਂ ਕਿ ਡਿਪਰੈਸ਼ਨ ਆ ਗਿਆ। ਜੋ ਡਿਪਰੈਸ਼ਨ ਵਾਲੇ ਕੇਸ ਹੈ, ਉਹ ਆਪਾਂ ਜਾਣਦੇ ਹਾਂ ਕਿ ਸਦਾ ਹੀ ਉਦਾਸ, ਨਿਰਾਸ਼, ਹਤਾਸ਼ ਹੋ ਜਾਂਦੇ ਹਨ। ਤਾਂ ਇਹਨਾਂ ਚੀਜ਼ਾਂ ਨੂੰ ਸਾਹਮਣੇ ਰੱਖਦੇ ਹੋਏ ਕਿ ਇਹ ਚੀਜ਼ਾਂ ਪਹਿਲਾਂ ਤਾਂ ਮਨ 'ਤੇ ਅਸਰ ਕਰਦੀਆਂ ਹਨ। ਕੋਈ ਵੀ ਚੀਜ਼ ਮਨ ਦੇ ਉੱਪਰ ਅਸਰ ਕਰਦੀ ਹੈ ਤਾਂ ਹੌਲੀ 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 ਉਹ ਵਾਈਬ੍ਰੇਸ਼ਨ ਦੇ ਰੂਪ ਵਿੱਚ ਸਾਡੇ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਜੋ ਤਣਾਅ ਮਨ ਵਿੱਚ ਸੀ, ਉਹ ਤਣਾਅ ਅੱਜ ਕੀ ਹੋਇਆ, ਅੱਜ ਸਾਡੇ ਤਨ ਵਿੱਚ ਵੀ ਆ ਗਿਆ। ਤੁਸੀਂ ਕਈ ਵਾਰੀ ਦੇਖਿਆ ਹੋਣਾ, ਕੋਈ ਅਚਾਨਕ ਇਸ ਤਰ੍ਹਾਂ ਦਾ ਹੀ ਘਟਨਾ ਹੋ ਜਾਂਦੀ ਹੈ ਜਿਹਦੇ ਵਿੱਚ ਸਾਡੇ 'ਤੇ ਬਹੁਤ ਪ੍ਰੈਸ਼ਰ ਪੈਂਦਾ ਹੈ, ਤਾਂ ਸਾਨੂੰ ਟ੍ਰੈਮਰਸ ਆ ਜਾਂਦੇ ਹਨ। ਟ੍ਰੈਮਰਸ ਮਾਨਾ ਸਾਡਾ ਸਰੀਰ ਕੰਬਣਾ ਸ਼ੁਰੂ ਕਰ ਦਿੰਦਾ ਹੈ, ਸਾਡੇ ਹੱਥ ਕੰਬਣੇ ਸ਼ੁਰੂ ਹੋ ਜਾਂਦੇ ਹਨ। ਉਹਦੇ ਨਾਲ ਕੀ ਹੁੰਦਾ ਹੈ? ਉਹਦੇ ਨਾਲ ਸਾਡੇ ਮਸਤਕ ਦੇ ਵਿੱਚੋਂ ਨਿਕਲਣ ਵਾਲੇ ਕੈਮੀਕਲਸ, ਉਹ ਕੈਮੀਕਲ ਜ਼ਹਿਰੀਲੇ ਹੁੰਦੇ ਹਨ। ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜਦੋਂ ਉਹ ਸਾਡੇ ਮਸਤਕ ਦੇ ਵਿੱਚ ਅਸਰ ਕਰਦੇ ਹਨ, ਤਾਂ ਮਸਤਕ ਦੇ ਵਿੱਚ ਇੱਕ ਗ੍ਰੰਥੀ ਹੈ ਜਿਹਨੂੰ ਅਸੀਂ ਪਿਚੁਟਰੀ ਕਹਿੰਦੇ ਹਾਂ, ਤੇ ਉਹਦਾ ਅਸਰ ਫਿਰ ਕੀ ਹੁੰਦਾ ਹੈ ਕਿ ਗੁਰਦੇ ਦੇ ਉੱਪਰ ਜੋ ਇੱਕ ਗ੍ਰੰਥੀ ਹੈ, ਔਰ ਉਹ ਸਾਡੇ ਬਲੱਡ ਦੇ ਵਿੱਚ ਕਾਰਟੀਸੋਲ ਰਿਲੀਜ਼ ਕਰ ਦਿੰਦੀ ਹੈ। ਕਾਰਟੀਸੋਲ ਕੀ ਚੀਜ਼ ਹੈ ਕਿ ਸਾਡੇ ਇਮਿਊਨ ਸਿਸਟਮ ਨੂੰ, ਸਾਡੀ ਇਮਿਊਨਿਟੀ ਨੂੰ ਡਾਊਨ ਕਰ ਦਿੰਦੀ ਹੈ। ਰੋਗ ਪ੍ਰਤੀਕਾਰਕ ਸ਼ਕਤੀ ਜਿਹੜੀ ਹੈ ਕਮਜ਼ੋਰ ਹੁੰਦੀ ਜਾਂਦੀ ਹੈ। ਅੱਜ ਦੇਖਿਆ ਹੈ ਕਿ ਕਰੋਨਾ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕਰੋਨਾ ਨਹੀਂ ਆਇਆ, ਹਾਲਾਂਕਿ ਉਹ ਇਸ ਸੰਸਾਰ ਵਿੱਚ ਸਨ, ਕਿਉਂਕਿ ਹੋ ਸਕਦਾ ਹੈ ਕਿ ਉਹਨਾਂ ਦੀ ਇਮਿਊਨ ਸਿਸਟਮ, ਇਮਿਊਨਿਟੀ ਬਹੁਤ ਚੰਗੀ ਸੀ। ਔਰ ਫਿਰ ਅਸੀਂ ਜਦੋਂ ਉਹਦੀ ਮੈਡੀਸਨ ਵੀ ਕਰਨ ਲੱਗੇ ਕਰੋਨਾ ਕੇਸ ਨੂੰ, ਤਾਂ ਉਹਦੇ ਵਿੱਚ ਵੀ ਅਸੀਂ ਇਮਿਊਨਿਟੀ ਨੂੰ ਵਧਾਉਣ ਦੀ ਦਵਾਈ ਵੀ ਨਾਲ ਨਾਲ ਦਿੱਤੀ, ਤਾਂ ਉਹਨਾਂ ਦੀ ਇਮਿਊਨਿਟੀ ਸਟਰੋਂਗ ਹੋਈ। ਇਸ ਤਰ੍ਹਾਂ ਹੀ ਇਹ ਚੀਜ਼ਾਂ ਹਨ ਕਿ ਅੱਜ ਵਾਇਰਸ ਦੇ ਕਾਰਨ, ਔਰ ਪਹਿਲਾਂ ਤੋਂ ਹੀ ਅਨੇਕ ਪ੍ਰਕਾਰ ਦੇ ਇੰਜੈਕਸ਼ਨ ਸ਼ੁਰੂ ਹੋ ਗਏ ਹਨ ਤਾਂ ਕਿ ਉਹ ਬਿਮਾਰੀ ਨਾ ਹੋਵੇ।
ਟਾਈਫਾਈਡ ਦਾ ਇੰਜੈਕਸ਼ਨ ਵੀ ਸਾਲ 'ਚ ਲੱਗ ਜਾਂਦਾ ਹੈ। ਇਸ ਤਰ੍ਹਾਂ ਹੀ ਕੋਲਰੇ ਦੇ ਇੰਜੈਕਸ਼ਨ ਵੀ ਲੱਗ ਜਾਂਦੇ ਹਨ, ਟਿਊਬਰਕਲੋਸਿਸ ਦਾ ਵੀ ਲੱਗ ਜਾਂਦਾ ਹੈ। ਤਾਂ ਇਹਨਾਂ ਬਿਮਾਰੀਆਂ ਤੋਂ ਬਚਣ ਦੀ ਸਭ ਤੋਂ ਵੱਡੀ, ਸਭ ਤੋਂ ਅੱਛੀ, ਸਭ ਤੋਂ ਸ੍ਰੇਸ਼ਟ ਅੱਜ ਚੀਜ਼ ਕੀ ਹੈ ਕਿ ਅਸੀਂ ਆਪਣੇ ਵਿਚਾਰਾਂ ਦੇ ਉੱਪਰ ਹੀ ਧਿਆਨ ਦੇਈਏ। ਆਪਾਂ ਨੂੰ ਚੈੱਕ ਤਾਂ ਕਰ ਸਕਦੇ ਹਾਂ ਨਾ ਕਿ ਮੇਰੇ ਵਿਚਾਰ ਕਿੱਦਾਂ ਚੱਲਦੇ ਨੇ, ਤੇ ਮੈਂ ਕਿਸੇ ਨਾਲ ਕਿਸ ਤਰ੍ਹਾਂ ਡੀਲ ਕਰਦਾ, ਮੇਰਾ ਵਿਹਾਰ ਕਿੱਦਾਂ ਦਾ ਹੈ, ਮੇਰਾ ਖਾਣਾ ਕਿੱਦਾਂ ਦਾ ਹੈ। ਕੀ ਮੈਂ ਉਹ ਖਾਣੇ ਨੂੰ ਪਰਹੇਜ਼ ਨਹੀਂ ਕਰ ਸਕਦਾ ਜਿਹੜੇ ਮੇਰੇ ਸਰੀਰ ਨੂੰ ਨੁਕਸਾਨ ਕਰੇ। ਪਹਿਲਾਂ ਲੋਕ ਕੀ ਖਾਂਦੇ ਸੀ? ਬੜੀ ਸਾਦੀ, ਸਿੱਧੀ ਸਾਦੀ ਰੋਟੀ ਖਾਂਦੇ ਸੀ, ਪਰ ਇੱਕ ਚੀਜ਼ ਜ਼ਰੂਰ ਹੈ ਕਿ ਉਹ ਆਪਣੀ ਕਸਰਤ ਜ਼ਰੂਰ ਕਰਦੇ ਸੀ। ਅੱਜ ਅਗਰ ਕਿਸੇ ਨੂੰ ਪੁੱਛਿਆ ਜਾਵੇ ਵੀ ਤੁਸੀਂ ਐਕਸਰਸਾਈਜ਼ ਕਿੰਨੀ ਕਰਦੇ ਹੋ, ਵਾਕ ਕਿੰਨੇ ਕਰਦੇ ਹੋ, ਤਾਂ ਉਹ ਕਹਿੰਦੇ ਜੀ ਉਹਨਾਂ ਦਾ ਟਾਈਮ ਹੀ ਨਹੀਂ ਮਿਲਦਾ। ਔਰ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਡੀਆਂ ਜਿਹੜੀਆਂ ਹੈ ਗਰਦਨ ਦੀਆਂ ਨਸਾਂ ਜਿਹੜੀਆਂ ਨੇ ਉਹ ਦਰਦ ਕਰਨ ਲੱਗ ਜਾਂਦੀਆਂ। ਜਿਹੜੀ ਰੀੜ੍ਹ ਦੀ ਹੱਡੀ ਹੈ ਉਹਦੇ ਵਿੱਚ ਅਨੇਕ ਕਿਸਮ ਦੇ ਪਰਿਵਰਤਨ ਹੋਣੇ ਸ਼ੁਰੂ ਹੋ ਜਾਂਦੇ ਨੇ। ਕਿਉਂ? ਕਿਉਂਕਿ ਜਿਹੜਾ ਸਾਡਾ ਪਹਿਲਾ ਦੁੱਧ ਸੀਗਾ ਉਹ ਬੜਾ ਪਿਓਰ ਸੀ ਔਰ ਦੇਸੀ ਘਿਓ ਸੀ, ਹਰ ਇੱਕ ਚੀਜ਼ 'ਚ ਮਿਲਾਵਟ ਕੋਈ ਨਹੀਂ ਸੀ। ਅੱਜ ਤੁਸੀਂ ਦੇਖਦੇ ਹੋ ਕਿ ਆਰਟੀਫਿਸ਼ੀਅਲ ਦੁੱਧ ਵੀ ਬਣ ਰਿਹਾ ਹੈ, ਔਰ ਦੁੱਧ ਦੇ ਅੰਦਰ ਕਈ ਪਹਿਲਾਂ ਨਹੀਂ ਸੀ ਇਹ ਚੀਜ਼ਾਂ, ਪਰ ਹੁਣ ਜਾਨਵਰਾਂ ਨੂੰ ਇੰਜੈਕਸ਼ਨ ਲਾ ਕੇ ਵੀ ਦੁੱਧ ਕੱਢਿਆ ਜਾਂਦਾ ਹੈ। ਜਿਹੜਾ ਇੰਜੈਕਸ਼ਨ ਉਹਨਾਂ ਨੂੰ ਲਾਇਆ ਜਾਂਦਾ ਹੈ ਉਹ ਉਹਨਾਂ ਦੇ ਬਲੱਡ ਵਿੱਚ ਹੋ ਕਰਕੇ ਉਹ ਦੁੱਧ ਦੇ ਵਿੱਚ ਵੀ ਆਉਂਦਾ ਹੈ। ਇਸ ਵਾਸਤੇ ਅੱਜ ਕੱਲ੍ਹ ਡਾਕਟਰਾਂ ਨੇ ਇਹ ਚੀਜ਼ ਨੂੰ ਵੀ ਮਨਾ ਕਰ ਦਿੱਤਾ ਕਿ ਕਈ ਲੋਕਾਂ ਨੂੰ ਡੇਅਰੀ ਪ੍ਰੋਡਕਟਸ, ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਉਹਨਾਂ ਦੇ ਉੱਤੇ ਬੜਾ ਬੁਰਾ ਅਸਰ ਕਰਦੀਆਂ ਹਨ। ਜਾਣੀ ਤਣਾਅ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਕਿ ਹੈਡੇਕ ਤੋਂ ਲੈ ਕੇ ਹਾਰਟ ਅਟੈਕ ਤੱਕ ਔਰ ਸਕਿਨ ਡਿਜ਼ੀਜ਼ ਤੋਂ ਲੈ ਕੇ ਕੈਂਸਰ ਤੱਕ ਇਹ ਵੱਡੀ ਤੋਂ ਵੱਡੀ ਬਿਮਾਰੀ ਲੈ ਕੇ ਆ ਸਕਦਾ ਹੈ। ਇਹ ਬਹੁਤ ਵੱਡਾ ਰਾਖਸ਼ ਹੈ। ਤਣਾਅ ਇੱਕ ਰਾਖਸ਼ ਹੈ। ਤਣਾਅ ਮੁਕਤ ਔਰ ਤੰਦਰੁਸਤ। ਜੇ ਤਣਾਅ ਤੋਂ ਮੁਕਤੀ ਕਰੋ ਤਾਂ ਤੰਦਰੁਸਤ ਹੋ ਜਾਓ। ਤਾਂ ਤਣਾਅ ਤੋਂ ਮੁਕਤੀ ਵਾਸਤੇ ਕਾਫੀ ਵਿਧੀਆਂ ਮੈਂ ਅੱਗੇ ਤੁਹਾਨੂੰ ਦੱਸਾਂਗਾ। ਜੇ ਤੁਸੀਂ ਇਸ ਦੇ ਉੱਪਰ ਅਟੈਂਸ਼ਨ ਦਿਓਗੇ ਤਾਂ ਤੁਹਾਡਾ ਸਵਸਥ 100% ਠੀਕ ਹੋਏਗਾ। ਸਤਿ ਸ੍ਰੀ ਅਕਾਲ।